आज्ञा पई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। आज्ञा पई सब तेरी वड्याई, कोई नाहु ना जाने मेरा। आदि गुरु नाम जुगाद गुरु नाम, ओ सतगुरु नाम, श्री गुरुदेव .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ। ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਅੱਜ ਐਤਵਾਰ ਦਾ ਦਿਹਾੜਾ ਹੈ 2 ਜੇਠ ਸੰਮਤ 554 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 15 ਮਈ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਸਰਬਜੀਤ ਸਿੰਘ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਵਿਰਸਾ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਦੇ ਨਾਲ ਰਵਾਂਗੇ 11 ਵਜੇ ਤੱਕ ਤੇ 11 ਵਜੇ ਤੋਂ ਬਾਅਦ ਆਪ ਜੀ ਸੁਣੋਗੇ ਸਿੱਧਾ ਪ੍ਰਸਾਰਣ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਤੋਂ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਤਨ ਤਨ ਹਮਾਰੇ ਪਾਸ
सोहे बंक द्वार सगला बनहरा निमाणियों की मान गुरु नितानियों के तन साहिब श्री गुरु रामदास साहिब जी तन तन बाणी गुरु गुरु है बाणी विच बाणी बाणी मुखी बाणी अमृत सारे गुरबाणी का है सेवक जन्मा गुरबाणी का है सेवक जन माने तख गुरु निस्तारे गुरु बनवाज गुरु मेहरबान साहिब
जिन पाए मेदनी जिन पाए मेदनी सोई हर दातार कट कट मालक दिला का कट कट मालक दिला का सच्चा परवरदिगार सच्चा परवरदिगार मेहरबान साहिब मेहरबान मेहरबान साहिब मेहरबान मेहरबान साहिब मेहरबान कुदरत की माना जानिया कुदरत की माना जानिया वड्डा बेपरवाह कर बंदे तू बंदगी कर बंदे तू बंदगी जिचर हट में हो जिचर हट में हो मेहरबान साहिब मेहरबान मेहरबान साहिब मेहरबान मेहरबान साहिब मेहरबान तू समरथ आपत अगोचर तू समरथ आपत अगोचर जियो पिंड तेरी रात रहम तेरी सुख पाया सदा रहम तेरी सुख पाया सदा नानक की अरदास नानक की अरदास मेहरबान साहिब मेहरबान मेहरबान साहिब मेहरबान साहिब मेरा मेहरबान साहिब मेरा मेहरबान जी सगल को दे
ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਵੱਲ। ਸੁਣਦੇ ਹਾਂ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਅੱਜ ਸਵੇਰ ਦਰਬਾਰ ਸਾਹਿਬ ਵਿਖੇ ਬਖਸ਼ਿਸ਼ ਕੀਤਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਹੀ ਮਹੱਲਾ ਪਹਿਲਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਵਹੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ। ਘਰ ਆਪਨੜੇ ਖੜੀ ਤੱਕਾਂ। ਮੈਂ ਮਨ ਚਾਉ ਕਨੇਰਾ ਰਾਮ। ਆਵਹੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ। ਘਰ ਆਪਨੜੇ ਖੜੀ ਤੱਕਾਂ। ਮੈਂ ਮਨ ਚਾਉ ਕਨੇਰਾ ਰਾਮ। ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ। ਮੈਂ ਤੇਰਾ ਪਰਵਾਸਾ। ਦਰਸ਼ਨ ਦੇਖ ਪਾਈ ਨਹਿ ਕੇਵਲ। ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ। ਮਿਲਿਆ ਪਾਏ ਸੋ ਪਾਏ। ਨਾਨਕ ਸਾਜਨ ਕਉ ਬਲ ਜਾਈਐ। ਸਾਚ ਮਿਲੇ ਘਰ ਆਏ। ਘਰ ਆਏ ਅੜੇ ਸਾਜਨਾ। ਤਾ ਤਨ ਖਰੀ ਸਰਸੀ ਰਾਮ। ਹਰ ਮੋਹ ਅੜੀ ਸਾਚ ਸ਼ਬਦ। ਠਾਕੁਰ ਦੇਖ ਰਹੰਸੀ ਰਾਮ। ਗੁਣ ਸੰਗ ਰਹੰਸੀ ਖਰੀ ਸਰਸੀ। ਜਾਰਾ ਵੀ ਰੰਗ ਰਤੈ
ਆਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤਾ ਤਸ ਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ਵਾਰ ਪਾਏ ਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਪੇਰ ਰਾਵੇ ਅੜੀ ਸਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ ਪ੍ਰਭ ਦੂਰ ਨ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੁਰ ਸਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵ ਲਾਈਐ ਫੇਰ ਉਚੜੀਐ ਮਾੜੜੀਐ ਤਿਹੋ ਲੋਆ ਸਿਰ ਤਾਜਾ ਰਾਮ ਹਉ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ
ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਹੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ ਘਰ ਆਪ ਨੜੈ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮਨਾਮਾ ਰਾਗ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 764 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਹੇ ਸੱਜਣ ਪ੍ਰਭੂ, ਆ ਮੈਂ ਤੇਰੇ ਦਰਸ਼ਨ ਕਰ ਸਕਾਂ। ਹੇ ਸੱਜਣ, ਮੈਂ ਆਪਣੇ ਹਿਰਦੇ ਦੇ ਵਿੱਚ ਪੂਰੀ ਸਾਵਧਾਨਤਾ ਦੇ ਨਾਲ ਤੇਰੀ ਉਡੀਕ ਕਰ ਰਹੀ ਹਾਂ। ਮੇਰੇ ਮਨ ਵਿੱਚ ਬੜਾ ਹੀ ਚਾਅ ਹੈ ਕਿ ਮੈਨੂੰ ਤੇਰਾ ਦਰਸ਼ਨ ਹੋਵੇ। ਹੇ ਮੇਰੇ ਪ੍ਰਭੂ, ਮੇਰੀ ਬੇਨਤੀ ਸੁਣ। ਮੇਰੇ ਮਨ ਦੇ ਵਿੱਚ ਤੇਰੇ ਦਰਸ਼ਨ ਲਈ ਬੜਾ ਹੀ ਚਾਅ ਹੈ। ਮੈਨੂੰ ਆਸਰਾ ਵੀ ਤੇਰਾ ਹੀ ਹੈ। ਹੇ ਪ੍ਰਭੂ, ਜਿਸ ਜੀਵ ਇਸਤਰੀ ਨੇ ਤੇਰਾ ਦਰਸ਼ਨ ਕਰ ਲਿਆ, ਉਹ ਪਵਿੱਤਰ ਆਤਮਾ ਹੋ ਗਈ। ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ। ਉਸ ਨੇ ਸਾਰੇ ਜੀਵਾਂ ਨੂੰ ਤੇ ਸਾਰੇ ਜੀਵਾਂ ਦੇ ਵਿੱਚ ਤੈਨੂੰ ਹੀ ਵਸਦਾ ਪਛਾਣ ਲਿਆ ਹੈ। ਉਸ ਦੇ ਪ੍ਰੇਮ ਦੀ ਖਿੱਚ ਦੇ ਰਾਹੀਂ ਤੂੰ ਉਸ ਨੂੰ ਮਿਲ ਪਿਆ ਹੈ। ਹੇ ਨਾਨਕ, ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜਿਹੜੀ ਜੀਵ ਇਸਤਰੀ ਉਸ ਦੇ ਸਦਾ ਸਥਿਰ ਨਾਮ ਦੇ ਵਿੱਚ ਜੁੜਦੀ ਹੈ, ਉਸ ਦੇ ਹਿਰਦੇ ਦੇ ਵਿੱਚ ਉਹ ਆਪ ਪ੍ਰਗਟਦਾ ਹੈ। ਜਦੋਂ ਸੱਜਣ ਪ੍ਰਭੂ ਦੀ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਗਟਦੇ ਨੇ ਤਾਂ ਜੀਵ ਇਸਤਰੀ ਬਹੁਤ ਪ੍ਰਸੰਨਚਿਤ ਹੋ ਜਾਂਦੀ ਹੈ। ਜਦੋਂ ਸਦਾ ਸਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਨੇ ਉਸ ਨੂੰ ਖਿੱਚ ਪਾਈ ਤਾਂ ਠਾਕੁਰ ਜੀ ਦਾ ਦਰਸ਼ਨ ਕਰਕੇ ਉਹ ਅਡੋਲ ਚਿੱਤ ਹੋ ਗਈ। ਜਦੋਂ ਪ੍ਰੇਮ ਰੰਗ ਦੇ ਵਿੱਚ ਰੱਤੇ ਪਰਮਾਤਮਾ ਨੇ ਜੀਵ ਇਸਤਰੀ ਨੂੰ ਆਪਣੇ ਚਰਨਾਂ ਦੇ ਵਿੱਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ ਦੀ ਯਾਦ ਦੇ ਵਿੱਚ ਅਡੋਲ ਆਤਮਾ ਹੋ ਗਈ ਤੇ ਬਹੁਤ ਚਿੱਤ ਪ੍ਰਸੰਨ ਹੋ ਗਈ। ਪੂਰਨ ਪੁਰਖ ਨੇ, ਸਿਰਜਣਹਾਰ ਨੇ ਉਸ ਦੇ ਅੰਦਰੋਂ ਔਗਣ ਦੂਰ ਕਰਕੇ ਉਸ ਦੇ ਹਿਰਦੇ ਨੂੰ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ। ਕਾਮਾਦਿਕ ਚੋਰਾਂ ਨੂੰ ਮਾਰ ਕੇ ਉਹ ਜੀਵ ਇਸਤਰੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਗਈ, ਜੋ ਸਦਾ ਪੂਰੀ ਵਿਚਾਰ ਦੇ ਨਾਲ ਨਿਆਂ ਕਰਦਾ ਹੈ। ਹੇ ਨਾਨਕ, ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਗੁਰੂ ਦੀ ਸਿੱਖਿਆ ਤੇ ਤੁਰਿਆਂ ਪਿਆਰੇ ਪ੍ਰਭੂ ਜੀ ਮਿਲ ਪੈਂਦੇ ਨੇ।
ਜਿਸ ਜੀਵ ਇਸਤਰੀ ਨੇ ਖਸਮ ਪ੍ਰਭੂ ਲੱਭ ਲਿਆ, ਉਸ ਦੀ ਹਰੇਕ ਆਸ, ਉਸ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ। ਭਾਵ ਉਸ ਦਾ ਮਨ ਦੁਨੀਆ ਦੀਆਂ ਆਸਾਂ ਆਦਿਕ ਵੱਲ ਨਹੀਂ ਦੌੜਦਾ ਭੱਜਦਾ। ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ, ਜੋ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਪ੍ਰਭੂ ਦੇ ਵਿੱਚ ਲੀਨ ਹੋ ਗਈ, ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਦਿਸਦਾ ਹੈ। ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ। ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਕਿਤੇ ਦੂਰ ਨਹੀਂ, ਹਰੇਕ ਸਰੀਰ ਦੇ ਵਿੱਚ ਉਹੀ ਮੌਜੂਦ ਹੈ। ਸਾਰੀਆਂ ਜੀਵ ਇਸਤਰੀਆਂ ਉਸੇ ਦੀਆਂ ਹੀ ਹਨ। ਉਹ ਆਪ ਹੀ ਆਨੰਦ ਦਾ ਸੋਮਾ ਹੈ। ਜਿਵੇਂ ਉਸ ਦੀ ਰਜਾ ਹੁੰਦੀ ਹੈ, ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦਿੰਦਾ ਹੈ। ਉਹ ਪਰਮਾਤਮਾ ਮੌਤ ਰਹਿਤ ਹੈ, ਮਾਇਆ ਦੇ ਵਿੱਚ ਡੋਲਦਾ ਨਹੀਂ। ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਭਾਵ ਕੋਈ ਪਦਾਰਥ ਉਸ ਦੇ ਬਰਾਬਰ ਨਹੀਂ। ਉਹ ਸਦਾ ਸਥਿਰ ਰਹਿਣ ਵਾਲਾ ਹੈ ਤੇ ਉਹ ਬੇਅੰਤ ਹੈ। ਪੂਰੇ ਗੁਰੂ ਦੇ ਰਾਹੀਂ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਹੇ ਨਾਨਕ, ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਨਾਲ ਮੇਲ ਦੇ ਢੋਆਉਂਦਾ ਹੈ। ਜਦੋਂ ਉਹ ਮਿਹਰ ਦੀ ਨਜ਼ਰ ਕਰਦਾ ਹੈ, ਤਦੋਂ ਜੀ ਉਸ ਦੀ ਸੁਰਤ ਜੋੜਦਾ ਹੈ। ਪ੍ਰਭੂ ਪਤੀ ਇੱਕ ਸੋਹਣੇ ਉੱਚੇ ਮਹਿਲ ਵਿੱਚ ਵੱਸਦਾ ਹੈ, ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਉਹ ਤਿੰਨਾਂ ਲੋਕਾਂ ਦਾ ਨਾਥ ਹੈ। ਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ। ਚੌਹਾਂ ਪਾਸੀਂ ਸਾਰੇ ਸੰਸਾਰ ਦੇ ਵਿੱਚ ਉਸ ਦੀ ਜੀਵਨ ਰੌਂ ਇੱਕ ਰਸ ਰੁਮਕ ਰਹੀ ਹੈ। ਜਿਹੜੇ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਨੂੰ ਵਿਚਾਰਦੇ ਨੇ, ਭਾਵ ਆਪਣੇ ਮਨ ਵਿੱਚ ਵਸਾਉਂਦੇ ਨੇ, ਜਿਸ ਨੇ ਇਹ ਸ੍ਰੇਸ਼ਟ ਕਰਤੱਵ ਬਣਾ ਲਿਆ ਹੈ, ਜਿਸ ਦੇ ਪਾਸ ਪਰਮਾਤਮਾ ਦੇ ਨਾਮ ਦੀ ਰੂਪੀ ਰਾਹਦਾਰੀ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਥੈਂ ਮਿਲ ਜਾਂਦੀ ਹੈ। ਪਰ ਨਾਮਹੀਣ ਖੋਟੇ ਮਨੁੱਖ ਨੂੰ ਉਸ ਦੀ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦੀ। ਪ੍ਰਭੂ ਦੇ ਦਰ ਤੇ ਪ੍ਰਭੂ ਦਾ ਨਾਮ ਰਤਨ ਹੀ ਕਬੂਲ ਹੁੰਦਾ ਹੈ। ਜਿਸ ਮਨੁੱਖ ਦੇ ਪਾਸ ਪ੍ਰਭੂ ਨਾਮ ਦਾ ਆਰੁਖ ਪਰਵਾਨਾ ਹੈ, ਉਸ ਨੂੰ ਪ੍ਰਭੂ ਦਰ ਤੇ ਪੂਰੀ ਇੱਜ਼ਤ ਮਿਲਦੀ ਹੈ। ਉਸ ਦੀ ਅਕਲ ਉਕਾਈਹੀਣ ਹੋ ਜਾਂਦੀ ਹੈ। ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਹੇ ਨਾਨਕ, ਗੁਰੂ ਦੀ ਸ਼ਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ, ਉਹ ਅਵਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। आओ जी तू आओ हमारे हर जस श्रवण सुनावना तुद आवत मेरा मन तन हरिया हर जस तुम संग गावना आवो सजना आवो सजना आवो सजना आवो सजना आवो सजना आवो सजना हम देखा दर्शन तेरा राम आवो सजना हम देखा दर्शन तेरा राम आवो सजना घर आपनड़े खड़ी तकां मैं मन चाहो कनेरा राम मैं मन चाहो कनेरा राम घर आपनड़े खड़ी तकां मैं मन चाहो कनेरा राम मैं मन चाहो कनेरा राम आवो सजना आवो सजना आवो सजना आवो सजना
ਆਵ ਸਜਣਾ ਆਵ ਸਜਣਾ ਹਮ ਦੇਖਾਂ ਦਰਸ਼ਨ ਤੇਰਾ ਰਾਮ ਆਵ ਸਜਣਾ ਹਮ ਦੇਖਾਂ ਦਰਸ਼ਨ ਤੇਰਾ ਰਾਮ ਆਵ ਸਜਣਾ मन चाओ कनेरा सुन प्रभ मेरा मैं तेरा परवासा मैं तेरा परवासा दर्शन देख भई नह केवल जन्म मरण दुख नासा जन्म मरण दुख नासा आवो सजना आव सजना आव सजना आव सजना आव सजना आव सजना हम देखा दर्शन तेरा राम आव सजना हम देखा दर्शन तेरा राम आव सजना सगली जोत जाता तू सोई मिलया पाए सुभाए मिलया पाए सुभाए नानक साजन कौवल जाइए साच मिले कर आए साच मिले कर आए आवो सजना आव सजना आव सजना आव सजना आव सजना आव सजना हम देखा दर्शन तेरा राम आव सजना हम देखा दर्शन तेरा राम आव सजना आव सजना आव सजना आवो सजना ਹਾਂਜੀ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ ਰਾਗ ਸੂਹੀ ਫਸਟ ਮਹਿਲ ਥਰਡ ਹਾਊਸ ਵਨ ਯੂਨੀਵਰਸਲ ਕ੍ਰੀਏਟਰ ਗੋਡ by the grace of the true Guru. Come, my friend, so that I may behold the blessed vision of your darshan. I stand in my doorway, watching for you. My mind is filled with such a great yearning. My mind is filled with such a great yearning. Hear me, O God, I place my faith in you. Gazing upon the blessed vision of your darshan, I have become free of desire. The pains of birth and death are taken away. Your light is in everyone. Through it, you are known. Through love, you are easily met. O Nanak, I am a sacrifice to my friend. He has come home to meet with those who are true. When her friend comes to her home, the bride is very pleased. She is fascinated with the true word of the Lord's Shabd. Gazing upon her Lord and Master, she is filled with joy. She is filled with virtuous joy and is totally pleased when she is ravished and enjoyed by her Lord and imbued with his love. Her faults and demerits are eradicated, and she roofs her home with virtue through the perfect Lord and architect of destiny. Conquering the thieves, she dwells
as the mistress of her home and administers justice wisely. O Nanak, through the Lord's name, she is emancipated. Through the Guru's teachings, she meets her beloved. The young bride has found her husband Lord. Her hopes and desires are fulfilled. She enjoys and ravishes her husband Lord and blends into the word of the Shabad. Pervading and permeating everywhere, the Lord is not far away. God is not far away. He is in each and every heart. All are his brides. He himself is the enjoyer. He himself ravishes and enjoys. This is his glorious greatness. He is imperishable, immovable, invaluable, and infinite. The true Lord is obtained through the perfect Guru. O Nanak, he himself unites in union by his glance of grace. He lovingly attunes them to himself. My husband Lord dwells in the loftiest balcony. He is the supreme Lord of the three worlds. I am amazed, gazing upon his glorious excellence, and unstruck sound current of the Shabad vibrates and resonates. I contemplate the Shabad and perform sublime deeds. I am blessed with the insignia, the banner of Lord's name. Without the name of the Lord, the false find no place of rest. Only the jewel of the Naam brings acceptance and renown. Perfect is my honor, perfect is my intellect and password. I shall not have to come or go. O Nanak, the Gurmukh understands her own self. She becomes like her imperishable Lord God. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਤੇ ਆਓ ਚੱਲਦੇ ਹਾਂ ਅਗਲਾ ਸ਼ਬਦ ਰਾਗ ਸੂਹੀ ਦੇ ਵਿੱਚ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਨੇ। ਲਾਲਨ ਰਾਵ ਕਵਨ ਗਤੀ ਕਵਨ ਗਤੀ ਲਾਲਨ ਰਾਵਿਆ ਲਾਲ ਰਾਵ ਕਵਨ ਗਤੀ ਲਾਲਨ ਰਾਵ ਕਵਨ ਗਤੀ ਲਾਲਨ ਰਾਵਿਆ ਲਾਲਨ ਰਾਵਿਆ ਕਵਨ ਗਤੀ ਲਾਲਨ ਰਾਵਿਆ ਲਾਲਨ ਰਾਵਿਆ ਕਵਨ ਗਤੀ ਸਖੀ ਬਤਾਓ ਹੋ ਜਮਤੀ ਸਖੀ ਬਤਾਓ ਹੋ ਜਮਤੀ ਲਾਲਨ ਰਾਵਿਆ ਕਵਨ ਗਤੀ ਲਾਲਨ ਰਾਵਿਆ ਲਾਲਨ ਰਾਵਿਆ ਲਾਲਨ ਰਾਵਿਆ ਲਾਲਨ ਰਾਵਿਆ
सखी बताओ सखी बताओ मुझे मतीरी की लालन रागा पवन गति लालन रागा लालन रागा लालन राव्या कवन गति सखी बताओ सखी बताओ सखी बताओ मुझे मतीरी मुझे मती लालन राव्या कवन गति लालन राव्या कवन गति सखी बताओ मुझे मती सखी बताओ सखी बताओ सखी बताओ मुझे मती लालन राव्या कवन गति लालन राव्या सोहब सोहब सोहबी सोहब सोहब सोहबी अपने प्रीतम रंग जती सोहब सोहब सोहबी अपने प्रीतम रंग रती लालन राव्या कवन गति लालन राव्या कवन गति लालन राव्या कवन गति सखी बताओ मुझे मती सखी बताओ मुझे मती लालन राव्या कवन गति लालन राव्या पाव मलो संग नैन भती पाव मलो संग नैन भतीरी जहाँ पटाओ जाऊँ तती पाव मलो संग नैन भतीरी जहाँ पटाओ जाऊँ तती लालन राव्या कवन गति लालन राव्या कवन गति लालन राव्या कवन गति सखी बताओ मुझे मती सखी बताओ सखी बताओ सखी बताओ मुझे मती लालन राव्या
ਜਪ ਤਪ ਸੰਜਮ ਦੇਉ ਜਤੀ ਜਪ ਤਪ ਸੰਜਮ ਦੇਉ ਜਤੀ ਇਕ ਨਿਮਖ ਮਿਲਾਵੋ ਹਰਨਪਤੀ ਜਪ ਤਪ ਸੰਜਮ ਦੇਉ ਜਤੀ ਇਕ ਨਿਮਖ ਮਿਲਾਵੋ ਲਾਲਨ ਲਾਵਿਆ ਕਵਨ ਗਤੀਰ ਲਾਲਨ ਲਾਵਿਆ ਕਵਨ ਗਤੀਰ ਲਾਲਨ ਲਾਵਿਆ ਕਵਨ ਗਤੀਰ ਸਖੀ ਬਤਾਓ ਮੁਝੇ ਮਤੀ ਸਖੀ ਬਤਾਓ ਮੁਝੇ ਮਤੀ ਲਾਲਨ ਰਾਵਿਆ ਕਵਨ ਗਤੀ ਲਾਲਨ ਰਾਵਿਆ ਮਾਣ ਤਾਣ ਆਉ ਬੁੱਧ ਘਾਤੀਰੀ ਮਾਣ ਤਾਣ ਅਹੰ ਬੁੱਧ ਘਾਤੀਰੀ ਮਾਣ ਤਾਣ ਅਹੰ ਬੁੱਧ ਘਾਤੀਰੀ सा नानक सुहागवती 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 री मन दान अहा बुद्ध खती सा नानक सुहागवती मान तान अहा बुद्ध खती मान ਮਨ ਅਹੰ ਬੁੱਧ ਖਤੀ ਮਨ ਤਾਣ ਅਹ ਬੁੱਧ ਖਤੀਰੀ ਤਤੀ ਸਾ ਨਾਨਕ ਸੁਹਾਗਵਤੀ ਰੀ ਸਾਰਣਾਨਵੀ ਸੁਹਾਗਵਤੀ ਰੀ ਸੁਹਾਗਵਤੀ ਮਾਣ ਤਾਣ ਆਉ ਬੁੱਧ ਹਤੀਰੀ ਸਾ ਨਾਨਕ ਸੁਹਾਗਵਤੀ ਲਾਲਨ ਰਾਇਆ ਕਵਨ ਗਤੀਰੀ ਲਾਲਨ ਰਾਇਆ ਕਵਨ ਗਤੀਰੀ ਲਾਲਨ ਰਾਇਆ ਕਵਨ ਗਤੀਰੀ ਸਖੀ ਬਤਾਓ ਮੁਝੇ ਮਤੀ ਸਖੀ ਬਤਾਓ ਸਖੀ ਬਤਾਓ ਸਖੀ ਬਤਾਓ ਮੁਝੇ ਮਤੀ ਲਾਲਨ ਰਾਵਿਆ ਕਵਨ ਗਤੀਰੀ ਲਾਲਨ ਰਾਵਿਆ ਕਵਨ ਗਤੀਰੀ ਕਵਨ ਗਤੀ 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਅਗਰ ਆਪ ਜੀ ਨੇ ਪ੍ਰੋਗਰਾਮ ਹੁਣੇ ਸੁਣਨਾ ਸ਼ੁਰੂ ਕੀਤਾ ਹੈ ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਹੈ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਆਓ ਇੱਕ ਸ਼ਬਦ
ਸਰਵਣ ਕਰਦੇ ਹਾਂ। ਉਸ ਤੋਂ ਬਾਅਦ ਜਿਹੜੀਆਂ ਲੜੀਵਾਰ ਵਿਚਾਰਾਂ ਨੇ ਪਿਛਲੇ ਹਫ਼ਤੇ ਵੀ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਗੁਰੂ ਸਾਹਿਬਾਨ ਦਾ ਜਿਹੜਾ ਸੰਖੇਪ ਇਤਿਹਾਸ ਉਹ ਅਸੀਂ ਅੱਜ ਫਿਰ ਉੱਥੋਂ ਅੱਗੇ ਸ਼ੁਰੂ ਕਰਾਂਗੇ। ਅੱਜ ਦਾ ਜਿਹੜਾ ਹੈ ਪਹਿਲਾ ਲੇਖ ਹੈ ਉਹ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਸੰਬੰਧਿਤ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਸੰਬੰਧਿਤ ਹੀ ਇਹ ਸ਼ਬਦ ਅਸੀਂ ਸਰਵਣ ਕਰਦੇ ਹਾਂ। ਜਪਿਓ ਜਿਨ ਅਰਜਨ ਦੇਵ ਗੁਰੂ। ਆਓ ਇਸ ਨੂੰ ਗਾਇਨ ਕੀਤਾ ਹੈ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾ ਵਾਲਿਆਂ ਨੇ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। 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 ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। जब लो नहीं भाग ले लार उदय, तब लो भ्रमते फिरते बहुत आयो। जब लो नहीं भाग ले लार उदय, तब लो भ्रमते फिरते बहुत आयो। तब लो भ्रमते फिरते बहुत आयो। तब लो भ्रमते फिरते बहुत आयो। जपयो जिन अर्जन देव गुरु, फिर संकट जोन गर्भ न आयो। जपयो जिन अर्जन देव गुरु, फिर संकट जोन गर्भ न आयो। कल घोर समुद्र में बूढ़त थे, कब हूँ मिट है नहीं रे पछतायो। कल घोर समुद्र में बूढ़त थे, कब हूँ मिट है नहीं रे पछतायो। कब हूँ मिट है नहीं रे पछतायो। कब हूँ मिट है नहीं रे पछतायो। जपयो जिन अर्जन देव गुरु, फिर संकट जोन गर्भ न आयो। जपयो जिन अर्जन देव गुरु, फिर संकट जोन गर्भ न आयो। फिर संकट जोन गर्भ न आयो। फिर संकट जोन गर्भ न आयो।
फिर संकट जोन गर्भ न आयो, फिर संकट जोन गर्भ न आयो। जपियो जिन अर्जन देव गुरु, फिर संकट जोन गर्भ न आयो। जपियो जिन अर्जन देव गुरु, फिर संकट जोन गर्भ न आयो। तत विचार यह मथुरा, जग तारन को अवतार बनायो। तत विचार यह मथुरा, यह मथुरा, मथुरा जग तारण को अवतार बनायो। 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 तत विचार यह मथुरा, जग तारण को अवतार बनायो। तत विचार यह मथुरा, जग तारण को अवतार बनायो। जग तारण को अवतार बनायो। जग तारण को अवतार बनायो। जपियो जिन अर्जन देव गुरु, फिर संकट जोन गर्भ न आयो। जपियो जिन अर्जन देव गुरु, फिर संकट जोन गर्भ न आयो। 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 जपियो जिन अर्जन देव गुरु, फिर संकट जोन गर्भ न आयो। जपियो जिन अर्जन देव गुरु, फिर संकट जोन गर्भ न आयो। जपियो जिन अर्जन देव गुरु, फिर संकट जोन गर्भ न आयो। ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਅੱਜ ਦੇ ਲੇਖ ਵੱਲ, ਜਿਹੜਾ ਕਿ ਜਿਸ ਦਾ ਸਿਰਲੇਖ ਦਿੱਤਾ ਹੈ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਨੇ ਆਪਣੀ ਕਿਤਾਬ ਸਿੱਖ ਸਿਧਾਂਤ ਦੇ ਵਿੱਚ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਸਨ 1563 ਈਸਵੀ ਨੂੰ ਗੁਰੂ ਰਾਮਦਾਸ ਜੀ ਦੇ ਘਰ ਤੇ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਅੰਮ੍ਰਿਤਸਰ ਵਿਖੇ ਹੋਇਆ। ਬਚਪਨ ਤੋਂ ਹੀ ਇਹ ਆਪ ਜੀ ਇਲਾਹੀ ਕੌਤਕ ਖੇਡਦੇ ਰਹੇ। ਇੱਕ ਦਿਨ
ਆਪ ਜੀ ਰਿੜ੍ਹਦੇ ਰਿੜ੍ਹਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਰਾਮ ਕਰਨ ਵਾਲੇ ਪਲੰਘ ਤੇ ਚੜ੍ਹਨ ਲੱਗੇ ਤਾਂ ਗੁਰੂ ਜੀ ਨੇ ਪੁੱਛਿਆ ਕੌਣ ਹੈ? ਤਾਂ ਮਾਤਾ ਭਾਨੀ ਜੀ ਨੇ ਜਵਾਬ ਦਿੱਤਾ ਕਿ ਆਪ ਜੀ ਦਾ ਦੋਹਤਾ ਹੈ। ਇਸ ਤੇ ਗੁਰੂ ਜੀ ਨੇ ਸਹਿਜ ਸੁਭਾਏ ਫਰਮਾਇਆ, ਦੋਹਤਾ ਬਾਣੀ ਕਾ ਬੋਹਤਾ, ਤੇ ਨਾਲ ਹੀ ਫਰਮਾਇਆ, ਬੱਚਾ ਅਜੇ ਉਹ ਸਮਾਂ ਨਹੀਂ ਆਇਆ। ਆਪ ਜੀ ਦਾ ਆਨੰਦ ਕਾਰਜ ਮਾਤਾ ਗੰਗਾ ਜੀ ਦੇ ਨਾਲ ਮਊ ਪਿੰਡ ਦੇ ਵਿੱਚ ਤਹਿਸੀਲ ਫਲੌਰ ਵਿਖੇ ਹੋਇਆ। ਆਪ ਜੀ ਦੇ ਇਕਲੌਤੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਸਨ। ਆਪ ਜੀ 1 ਸਤੰਬਰ 1581 ਨੂੰ ਗੁਰਤਾ ਦੀ ਗੱਦੀ ਤੇ ਬਿਰਾਜਮਾਨ ਹੋਏ। ਸ਼ੁਰੂ ਤੋਂ ਹੀ ਗੁਰੂ ਜੀ ਦੇ ਵੱਡੇ ਭਰਾਤਾ ਪਿਰਥੀ ਚੰਦ ਜੀ ਆਪ ਜੀ ਦੇ ਨਾਲ ਬੈਰ ਵਿਰੋਧ ਕਰਦੇ ਸਨ ਤੇ ਡਰਦੇ ਸਨ ਕਿ ਆਪ ਜੀ ਗੁਰਗੱਦੀ ਦੇ ਵਾਰਸ ਨਾ ਬਣ ਬੈਠਣ। ਜਦੋਂ ਆਪ 5ਵੇਂ ਗੁਰੂ ਜੀ ਬਣੇ ਤਾਂ ਪਿਰਥੀ ਚੰਦ ਹੋਰ ਵੀ ਅੱਗ ਬਬੂਲਾ ਹੋ ਗਿਆ। ਇੱਕ ਸਾਜ਼ਿਸ਼ ਦੇ ਅਧੀਨ ਉਸਨੇ ਮੁਗਲ ਸਰਕਾਰ ਦੇ ਨਾਲ ਮਿਲ ਕੇ ਜਰਨੈਲ ਸੁਲਹੀ ਖਾਨ ਨੂੰ ਗੁਰੂ ਜੀ ਤੇ ਚੜ੍ਹਾਈ ਕਰਨ ਵਾਸਤੇ ਫੌਜਾਂ ਸਮੇਤ ਭਜਵਾਇਆ। ਸੂਚਨਾ ਮਿਲਣ ਤੇ ਸੰਗਤ ਨੇ ਗੁਰੂ ਸਾਹਿਬ ਨੂੰ ਸੁਚੇਤ ਕੀਤਾ ਕਿ ਸੁਲਹੀ ਖਾਂ ਆ ਰਿਹਾ ਹੈ, ਕਿਉਂ ਨਾ ਆਪ ਜੀ ਉਸ ਨੂੰ ਸੁਲਹ ਸਫਾਈ ਦਾ ਖਤ ਭੇਜੋ। ਗੁਰੂ ਜੀ ਖਾਮੋਸ਼ ਰਹੇ। ਸੁਲਹੀ ਖਾਂ ਦੇ ਹੋਰ ਨਜ਼ਦੀਕ ਆਉਣ ਤੇ ਸੰਗਤ ਨੇ ਫਿਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਆਪ ਜੀ ਦਾ ਹੁਕਮ ਹੋਵੇ ਤਾਂ ਕੁਝ ਪਤਵੰਤ ਤੇ ਸੱਜਣ ਸੁਲਹ ਕਰਨ ਵਾਸਤੇ ਭੇਜ ਦਈਏ। ਗੁਰੂ ਜੀ ਫਿਰ ਵੀ ਗੰਭੀਰ ਰਹੇ। ਫਿਰ ਤੀਜੀ ਵਾਰ ਸੰਗਤ ਵੱਲੋਂ ਕਿਸੇ ਉਪਾਅ ਦੀ ਬੇਨਤੀ ਆਉਣ ਤੇ ਗੁਰੂ ਜੀ ਨੇ ਫਰਮਾਇਆ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਧਿਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 371। ਇਲਾਹੀ ਕੌਤਕ ਅਜਿਹਾ ਵਰਤਿਆ ਕਿ ਜਦੋਂ ਸੁਲਹੀ ਖਾਂ ਪਿਰਥੀ ਚੰਦ ਦਾ ਇੱਟਾਂ ਦਾ ਸੜਦਾ ਬਲਦਾ ਭੱਠਾ ਵੇਖਣ ਗਿਆ ਤਾਂ ਉਸ ਦਾ ਘੋੜਾ ਐਸਾ ਤੜਵਕਿਆ ਕਿ ਜਾਣੋ ਕਿਸੇ ਇਲਾਹੀ ਤਾਕਤ ਨੇ ਧੱਕਾ ਦੇ ਕੇ ਭੱਠੇ ਦੇ ਵਿੱਚ ਝੋਕ ਦਿੱਤਾ ਹੋਵੇ। ਸੁਲਹੀ ਖਾਂ ਸੜ ਕੇ ਰਾਖ ਹੋ ਗਿਆ। ਖਬਰ ਮਿਲਣ ਤੇ ਗੁਰੂ ਸਾਹਿਬ ਨੇ ਉਚਾਰਿਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 825। ਮਾਤਾ ਗੰਗਾ ਜੀ ਦੇ ਘਰ ਕਾਫੀ ਸਮੇਂ ਤੱਕ ਕੋਈ ਔਲਾਦ ਨਾ ਹੋਈ ਤਾਂ ਮਾਤਾ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਲੋਕਾਂ ਦੀਆਂ ਝੋਲੀਆਂ ਭਰਦੇ ਹੋ, ਮੇਰੀ ਗਰੀਬਣੀ ਦੀ ਝੋਲੀ ਵਿੱਚ ਵੀ ਪੁੱਤਰ ਦੀ ਦਾਤ ਪਾਓ। ਗੁਰੂ ਸਾਹਿਬ ਜਾਣਦੇ ਸਨ ਕਿ ਸਮਾਂ ਪਾ ਕੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹਰਗੋਬਿੰਦ ਸੂਰਬੀਰ ਪ੍ਰਗਟ ਹੋਵੇਗਾ, ਪਰ ਫਿਰ ਵੀ ਮਾਤਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਗਰੀਬੀ ਤੇ ਹਲੀਮੀ ਦਾ ਉਪਦੇਸ਼ ਦੁਹਰਾਉਣ ਲਈ ਤੇ ਲੋਕਾਈ ਨੂੰ ਦੱਸਣ ਵਾਸਤੇ ਕਿ ਆਪਣੇ ਆਤਮਦਰਸ਼ੀ ਗੁਰਸਿੱਖ ਬਾਬਾ ਬੁੱਢਾ ਜੀ ਪਾਸ ਬਖਸ਼ਿਸ਼ ਲੈਣ ਵਾਸਤੇ ਆਪ ਜੀ ਨੇ ਮਾਤਾ ਗੰਗਾ ਜੀ ਨੂੰ ਭੇਜਿਆ। ਪਹਿਲੇ ਦਿਨ ਮਾਤਾ ਗੰਗਾ ਜੀ ਦਾਸੀਆਂ ਪਾਸੋਂ ਪ੍ਰਸ਼ਾਦਾ ਪਕਵਾ ਬੜੀ ਸ਼ਾਨੋ ਸ਼ੌਕਤ ਨਾਲ ਬਾਬਾ ਜੀ ਕੋਲ ਗਏ। ਬਾਬਾ ਜੀ ਨੇ ਰੱਥ ਦੀ ਧੂੜ ਉੜਦੀ ਵੇਖ ਕੇ ਸਹਿਜ ਸੁਭਾਅ ਕਿਹਾ, ਗੁਰੂ ਕੇ ਮਹਿਲਾਂ ਨੂੰ ਕੀ ਭਾਜੜ ਪੈ ਗਈ। ਜਦੋਂ ਮਾਤਾ ਜੀ ਨੇ ਪ੍ਰਸ਼ਾਦਾ ਬਾਬਾ ਜੀ ਦੇ ਅੱਗੇ ਰੱਖਿਆ ਤਾਂ ਬਾਬਾ ਜੀ ਨੇ ਆਖ ਦਿੱਤਾ, ਮੈਨੂੰ ਭੁੱਖ ਨਹੀਂ, ਇਸ ਨੂੰ ਸੰਗਤ ਵਿੱਚ ਵਰਤਾ ਦਿਓ। ਆਪ ਜੀ ਨੇ ਜਦ ਪੁੱਤਰ ਦੀ ਦਾਤ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਮੈਂ ਤਾਂ ਨਿਮਾਣਾ ਜਿਹਾ ਗਰੀਬ ਸਿੱਖ ਹਾਂ, ਗੁਰੂ ਜੀ ਸਮਰੱਥ ਹਨ, ਉਹ ਹੀ ਇਹ ਬਖਸ਼ਿਸ਼ ਤਾਂ ਕਰ ਸਕਦੇ ਨੇ। ਜਦੋਂ ਮਾਤਾ ਗੰਗਾ ਜੀ ਨੇ ਇਹ ਵਾਰਤਾਲਾਪ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੱਸੀ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਗਰੀਬੀ ਤੇ ਹਲੀਮੀ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਗੁਰਮੁਖਾਂ ਦੀ ਸੇਵਾ ਹੱਥੀਂ ਕਰਨੀ ਚਾਹੀਦੀ ਹੈ। ਅਗਲੇ ਦਿਨ ਮਾਤਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਪਕਾਏ ਗੰਢੇ, ਲੱਸੀ ਤੇ ਮੱਖਣ ਨੂੰ ਤਿਆਰ ਕੀਤਾ। ਸਾਦਾ ਪਹਿਰਾਵਾ ਪਹਿਨ ਕੇ ਪ੍ਰਸ਼ਾਦਾ ਸਿਰ ਤੇ ਚੁੱਕ ਕੇ ਪੈਦਲ ਬਾਬਾ ਜੀ ਪਾਸ ਪਹੁੰਚੇ।
ਬਾਬਾ ਜੀ ਨੇ ਬੜੀ ਪ੍ਰਸੰਨਤਾ ਦੇ ਨਾਲ ਮਾਤਾ ਜੀ ਦੇ ਅੱਗੇ ਹੱਥ ਜੋੜ ਕੇ ਸਵਾਗਤ ਕੀਤਾ ਤੇ ਬੇਨਤੀ ਕੀਤੀ, ਮੈਨੂੰ ਅੱਜ ਬਹੁਤ ਭੁੱਖ ਲੱਗੀ ਹੈ, ਲਿਆਓ ਪ੍ਰਸ਼ਾਦਾ ਛਕਾਓ। ਬਾਬਾ ਜੀ ਪ੍ਰਸ਼ਾਦਾ ਲੈ ਕੇ ਗੰਢੇ ਨੂੰ ਹੱਥ ਦੇ ਨਾਲ ਮੰਜੀ ਦੇ ਪਾਵੇ ਤੇ ਰੱਖ ਕੇ ਭਾਂਦੇ ਹੋਏ ਭਵਿੱਖਬਾਣੀ ਕਰਦੇ ਨੇ ਕਿ ਬੜਾ ਹੀ ਸੂਰਬੀਰ ਬਲੀ ਅਕਾਲ ਪੁਰਖ ਦੇ ਹੁਕਮ ਵਿੱਚ ਆ ਰਿਹਾ ਹੈ, ਜਿਹੜਾ ਜ਼ਾਲਮਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ। ਸਮਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਸਾਂਝੇ ਉਸਾਰੂ ਕੰਮਾਂ ਨੂੰ ਸੰਪੂਰਨ ਕਰਨਾ ਆਰੰਭਿਆ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ੁਰੂ ਕੀਤਾ ਸੀ, ਜਿਵੇਂ ਕਿ ਸੰਤੋਖ ਸਰ ਤੇ ਅੰਮ੍ਰਿਤਸਰ ਸਰੋਵਰ ਦੀ ਤਿਆਰੀ ਤੇ ਗੁਰੂ ਦੇ ਚੱਕ ਦੀ ਉਸਾਰੀ। ਗੁਰੂ ਦੇ ਚੱਕ ਦਾ ਨਾਮ ਚੱਕ ਰਾਮਦਾਸ ਜਾਂ ਰਾਮਦਾਸਪੁਰ ਰੱਖਿਆ। ਗੁਰੂ ਜੀ ਨੇ ਕਾਰ ਭੇਟ ਵਾਸਤੇ ਦਸਵੰਧ ਦੀ ਮਰਿਆਦਾ ਪੱਕੀ ਬੰਨੀ, ਅਰਥਾਤ ਆਪ ਨੇ ਆਗਿਆ ਕੀਤੀ, ਹਰੇਕ ਸਿੱਖ ਆਪਣੀ ਖੱਟੀ ਕਮਾਈ ਦਾ 10ਵਾਂ ਹਿੱਸਾ ਗੁਰੂ ਨਿਮਿਤ ਅਰਪਣ ਕਰੇ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਈ ਅਸਥਾਨ ਉਸਾਰੇ, ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਨੇ: ਅੰਮ੍ਰਿਤਸਰ ਸਰੋਵਰ, ਗੁਰੂ ਕੇ ਮਹਿਲ, ਦਰਸ਼ਨੀ ਡਿਓੜੀ, ਸੰਤੋਖ ਸਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਤਰਨਤਾਰਨ, ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ ਹੈ, ਛੇਹਰਟਾ ਸਾਹਿਬ, ਹਰਗੋਬਿੰਦਪੁਰ, ਬੌਲੀ ਸਾਹਿਬ ਲਾਹੌਰ, ਗੁਰੂ ਕਾ ਬਾਗ ਤੇ ਸ੍ਰੀ ਰਾਮਸਰ ਸਾਹਿਬ। ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਆਈ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਇੱਕ ਵਿਸ਼ਾਲ ਗ੍ਰੰਥ ਦੀ ਰਚਨਾ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਪਿਛਲੇ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਲਿਖਵਾਈ ਤੇ ਆਪਣੀ ਰਚਿਤ ਬਾਣੀ ਵੀ ਇਸ ਵਿੱਚ ਦਰਜ ਕੀਤੀ। ਇਸ ਤੋਂ ਇਲਾਵਾ 15 ਆਤਮਦਰਸ਼ੀ ਭਗਤਾਂ, 11 ਭੱਟਾਂ ਤੇ 3 ਗੁਰਸਿੱਖਾਂ ਦੀ ਇਲਾਹੀ ਬਾਣੀ ਬਿਨਾਂ ਕਿਸੇ ਊਚ ਨੀਚ, ਜਾਤ ਮਜ਼ਹਬ ਦੇ ਵਿਤਕਰੇ ਦੇ ਆਦਿ ਗ੍ਰੰਥ ਦੇ ਵਿੱਚ ਦਰਜ ਕਰਵਾਈ ਤੇ ਇਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕੀਤਾ। ਦਿੱਲੀ ਦੇ ਸਿੱਖਾਂ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਚੰਦੂ ਦੀ ਧੀ ਦਾ ਰਿਸ਼ਤਾ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨਾਲ ਕਰਨ ਤੋਂ ਠੁਕਰਾ ਦਿੱਤਾ। ਚੰਦੂ ਜਹਾਂਗੀਰ ਦਾ ਵਜ਼ੀਰ ਸੀ। ਉਸਨੇ ਗੁਰੂ ਸਾਹਿਬ ਦੇ ਵਿਰੁੱਧ ਰਾਜੇ ਦੇ ਕੰਨ ਭਰੇ। ਜਹਾਂਗੀਰ ਤਾਂ ਪਹਿਲਾਂ ਹੀ ਗੁਰੂ ਜੀ ਦੇ ਵਿਰੁੱਧ ਭਾਵਨਾ ਰੱਖਦਾ ਸੀ ਤੇ ਨਹੀਂ ਸੀ ਚਾਹੁੰਦਾ ਕਿ ਹਿੰਦੂ ਤੇ ਮੁਸਲਮਾਨ ਇਹਨਾਂ ਦੇ ਮੁਰੀਦ ਬਣਨ। ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲਾਹੌਰ ਬੁਲਾ ਕੇ ਕਿਹਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਦੇ ਕਲਾਮ ਦਰਜ ਕਰੋ ਜਾਂ ਇਸਲਾਮ ਕਬੂਲ ਕਰੋ, ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਵੋ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਮੈਨੂੰ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮੌਤ ਪ੍ਰਵਾਨ ਹੈ। ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਜੇਠ ਦੀਆਂ ਕੜਕਦੀਆਂ ਧੁੱਪਾਂ ਵਿੱਚ ਖੜੇ ਰੱਖਿਆ, ਉਬਲਦੇ ਪਾਣੀ ਵਿੱਚ ਉਬਾਲਿਆ, ਤੱਤੀ ਤਵੀ ਤੇ ਬਿਠਾ ਕੇ ਤੱਤਾ ਰੇਤਾ ਸਿਰ ਤੇ ਪਾ ਕੇ 15 ਮਈ 1606 ਈਸਵੀ ਨੂੰ ਰਾਵੀ ਦਰਿਆ ਦੀ ਭੇਟਾ ਕਰਕੇ ਸ਼ਹੀਦ ਕੀਤਾ। ਗੁਰੂ ਸਾਹਿਬ ਲਾਹੌਰ ਜਾਣ ਤੋਂ ਪਹਿਲਾਂ ਫਰਮਾ ਗਏ ਸਨ ਕਿ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਗੁਰੂ ਨਾਨਕ ਦੀ ਗੱਦੀ ਤੇ ਬਿਠਾ ਕੇ 6ਵਾਂ ਗੁਰੂ ਨਾਨਕ ਪ੍ਰਗਟ ਕਰ ਦੇਣਾ, ਤੇ ਇਸ ਤਰ੍ਹਾਂ ਹੋਇਆ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ, ਸ਼ਰਣ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ
ਭਈ ਪ੍ਰਾਪਤ ਮਾਨੁਖ ਦਿਉਰੀਆ, ਭਈ ਪ੍ਰਾਪਤ ਮਾਨੁਖ ਦਿਉਰੀਆ। ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। 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 ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਅਵਰ ਕਾਜ ਤੇਰੇ ਕਿਤੈ ਨ ਕਾਮ। 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 ਮਿਲ ਸਾਧ ਸੰਗਤ ਪਾਚ ਕੇਵਲ ਨਾਮ। ਮਿਲ ਸਾਧ ਸੰਗਤ ਪਾਚ ਕੇਵਲ ਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਸੰਜਮ ਲਾਗ ਪਵ ਜਲ ਤਰਨ ਕੈ। ਸੰਜਮ ਲਾਗ ਪਵ ਜਲ ਤਰਨ ਕੈ। ਜਨਮ ਬਿਰਥਾ ਜਾ ਰੰਗ ਮਾਇਆ ਕੈ। ਜਨਮ ਬਿਰਥਾ ਜਾ ਰੰਗ ਮਾਇਆ ਕੈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ।
ਜਪ ਤਪ ਸੰਜਮ ਧਰਮ ਨਾ ਕਮਾਇਆ, ਜਪ ਤਪ ਸੰਜਮ ਧਰਮ ਨਾ ਕਮਾਇਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧਨਾ ਜਾਣਿਆ ਹਰਿ ਰਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਵਾਹਿਗੁਰੂ। ਹਾਂਜੀ, ਇਹ ਸਨ ਭਾਈ ਦਵਿੰਦਰ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ, ਅਗਲਾ ਲੇਖ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ, ਜਿਹੜਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ। ਲੇਖਕ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਨਮ 19 ਜੂਨ ਸੰਨ 1595 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬਚਪਨ ਦੇ ਵਿੱਚ ਹੀ ਆਪ ਜੀ ਦੇ ਤਾਏ ਪਿਰਥੀ ਚੰਦ ਜੀ ਵੱਲੋਂ ਆਪ ਜੀ ਨੂੰ ਮਾਰਨ ਵਾਸਤੇ ਅਨੇਕਾਂ ਹੀ ਯਤਨ ਕੀਤੇ ਗਏ, ਪਰੰਤੂ ਆਪ ਉਸ ਦੇ ਸਾਰੇ ਵਾਰਾਂ ਤੋਂ ਆਪਣੀ ਇਲਾਹੀ ਚੇਤਨਾ ਦੇ ਨਾਲ ਬਚਦੇ ਰਹੇ। ਗੁਰੂ ਸਾਹਿਬ ਦੀ ਪੜ੍ਹਾਈ ਤੇ ਸ਼ਸਤਰ ਵਿੱਦਿਆ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੇ ਨਿਭਾਈ। ਉਹਨਾਂ ਨੇ ਆਪ ਜੀ ਨੂੰ ਗੁਰੂ ਘਰ ਦੀ ਵਿੱਦਿਆ ਦਿੱਤੀ ਤੇ ਸ਼ਾਸਤਰਾਂ ਦੀ ਵਰਤੋਂ, ਘੋੜਸਵਾਰੀ, ਕੁਸ਼ਤੀਆਂ ਆਦਿ ਦੀ ਸਿਖਲਾਈ ਵੀ ਕਰਵਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਆਗਿਆ ਅਨੁਸਾਰ 25 ਮਈ ਸੰਨ 1606 ਨੂੰ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਆਪ ਜੀ ਦੀ ਉਮਰ ਉਸ ਵੇਲੇ 11 ਕੁ ਸਾਲ ਦੀ ਸੀ। ਗੁਰਿਆਈ ਦਾ ਤਿਲਕ ਲਾਉਣ ਸਮੇਂ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਪਹਿਨਾਈਆਂ। ਇਹ ਕੌਤਕ ਰਚ ਕੇ ਗੁਰੂ ਸਾਹਿਬ ਨੇ ਇਹ ਦਰਸਾਇਆ ਕਿ ਗ੍ਰਸਤ ਦੇ ਵਿੱਚ 10 ਨੋਹਾਂ ਦੀ ਕਿਰਤ ਕਰਕੇ ਸ਼ੁਭ ਕਰਮਾਂ ਅਨੁਸਾਰ ਦੁਨਿਆਵੀ ਫਰਜ਼ ਨਿਭਾਉਂਦੇ ਹੋਏ ਸੰਗਤ ਵਿੱਚ ਨਾਮ ਜਪ ਕੇ ਆਤਮਦਰਸ਼ੀ ਬਣਨਾ ਹੀ ਮੀਰੀ ਤੇ ਪੀਰੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਿਆਹ 17 ਅਪ੍ਰੈਲ 1604 ਈਸਵੀ ਦੇ ਵਿੱਚ ਸ੍ਰੀ ਨਾਰਾਇਣ ਦਾਸ ਜੀ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ। ਮਾਤਾ ਜੀ ਬੜੇ ਹੀ ਸੁੰਦਰ, ਸੀਲ ਸੁਭਾਅ ਵਾਲੇ ਤੇ ਨੇਕ ਸਨ। ਸੰਗਤਾਂ ਵਿੱਚ ਉਹਨਾਂ ਦੇ ਅਧਿਆਤਮਕ ਗੁਣਾਂ ਦਾ ਇੰਨਾ ਅਸਰ ਪਿਆ ਕਿ ਸੰਗਤਾਂ ਇਹਨਾਂ ਦੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਭੈਣ ਬੇਬੇ ਨਾਨਕੀ ਨੂੰ ਯਾਦ ਕਰਦੀਆਂ। ਇਸ ਤੋਂ ਹੀ ਸੰਗਤਾਂ ਨੇ ਸਤਿਕਾਰ ਦੇ ਨਾਲ ਮਾਤਾ ਜੀ ਨੂੰ ਮਾਤਾ ਨਾਨਕੀ ਵੀ ਕਹਿਣਾ ਸ਼ੁਰੂ ਕਰ ਦਿੱਤਾ। ਮਹਿਮਾ ਪ੍ਰਕਾਸ਼ ਦੇ ਅਨੁਸਾਰ ਮਾਤਾ ਦਮੋਦਰੀ ਜੀ ਹੀ ਮਾਤਾ ਨਾਨਕੀ ਜੀ ਦੇ ਨਾਮ ਦੇ ਨਾਲ ਜਾਣੇ ਜਾਂਦੇ ਸਨ। ਭਾਈ ਵੀਰ ਸਿੰਘ ਜੀ ਨੇ ਵੀ ਇਸ ਨੂੰ ਪ੍ਰਵਾਨ ਕੀਤਾ ਹੈ। ਮਾਤਾ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਨੇ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਤੇਗ ਬਹਾਦਰ ਜੀ ਤੇ ਇੱਕ ਸੁਪੁੱਤਰੀ ਬੀਬੀ ਵੀਰੋ ਜੀ ਪੈਦਾ ਹੋਏ। ਗੁਰਗੱਦੀ ਤੇ ਬੈਠਣ ਉਪਰੰਤ
ਗੁਰੂ ਸਾਹਿਬ ਨੇ ਆਪਣੇ ਮਸੰਦਾਂ ਦੇ ਨਾਂ ਇੱਕ ਪੱਤਰ ਭੇਜਿਆ ਕਿ ਉਹ ਸਿੱਖਾਂ ਨੂੰ ਕਹਿਣ ਕਿ ਅੱਗੋਂ ਤੋਂ ਆਪਣੀ ਭੇਟਾ ਵਜੋਂ ਹਥਿਆਰ ਤੇ ਘੋੜੇ ਲਿਆਉਣ। ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਕਿਲ੍ਹਾਬੰਦੀ ਕਰਕੇ, ਜਿਸ ਨੂੰ ਲੋਹਗੜ੍ਹ ਕਹਿੰਦੇ ਸਨ, ਸ਼ਹਿਰ ਨੂੰ ਮਜ਼ਬੂਤ ਬਣਾਇਆ। 1609 ਈਸਵੀ ਦੇ ਵਿੱਚ ਆਪ ਜੀ ਨੇ ਸਿੱਖਾਂ ਦੇ ਜੁੜ ਬੈਠਣ ਦੇ ਲਈ ਇੱਕ ਅਸਥਾਨ ਤਿਆਰ ਕੀਤਾ, ਜਿਸ ਦਾ ਨਾਂ ਅਕਾਲ ਪੁਰਖ ਦਾ ਉਹ ਤਖਤ, ਅਕਾਲ ਤਖਤ ਜਾਂ ਅਕਾਲ ਬੁੰਗਾ ਰੱਖਿਆ ਗਿਆ। ਇਸ ਅਸਥਾਨ ਤੇ ਗੁਰਮਤਿ ਵਿਚਾਰ ਕਰਨ ਤੋਂ ਇਲਾਵਾ ਕੌਮ ਦੀ ਭਲਾਈ ਨਾਲ ਸੰਬੰਧਿਤ ਪ੍ਰਸ਼ਨਾਂ ਉੱਤੇ ਵੀ ਵਿਚਾਰਾਂ ਹੁੰਦੀਆਂ। ਆਪ ਜੀ ਨੇ 52 ਸੂਰਵੀਰ ਸਿੱਖਾਂ ਨੂੰ ਭਰਤੀ ਕਰਕੇ ਇੱਕ ਇਲਾਹੀ ਸੈਨਾ ਦਾ ਵੀ ਮੁੱਢ ਬੰਨਿਆ। ਬਾਦਸ਼ਾਹ ਜਹਾਂਗੀਰ ਗੁਰੂ ਜੀ ਦੀ ਬਹਾਦਰੀ ਤੇ ਜੰਗਾਂ ਦੀ ਤਿਆਰੀ ਤੋਂ ਬਹੁਤ ਡਰਿਆ। ਉਸਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਜਾਣੀ ਜਾਣ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਲਾਹੀ ਹੁਕਮ ਦੇ ਵਿੱਚ ਆਪ ਹੀ ਇੱਕ ਕੌਤਕ ਰਚਿਆ ਸੀ, ਕਿਉਂਕਿ 52 ਬੇਕਸੂਰ ਕੈਦੀ ਰਾਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧਿਆਨ ਧਰ ਕੇ ਪੁਕਾਰਾਂ ਕਰ ਰਹੇ ਸਨ ਕਿ ਸਾਨੂੰ ਇਸ ਭਿਆਨਕ ਸਜ਼ਾ ਤੋਂ ਮੁਕਤ ਕਰਵਾਓ। ਉਧਰ ਬਾਦਸ਼ਾਹ ਜਹਾਂਗੀਰ ਨੂੰ ਭਿਆਨਕ ਸੁਪਨੇ ਆਉਣ ਕਾਰਨ ਇੰਨੀ ਗੰਭੀਰ ਬਿਮਾਰੀ ਲੱਗ ਗਈ, ਜਿਸ ਕਾਰਨ ਉਸ ਦੀ ਨੀਂਦ ਹਰਾਮ ਹੋ ਗਈ। ਸਾਈਂ ਮੀਆਂ ਮੀਰ ਨੇ ਬਾਦਸ਼ਾਹ ਨੂੰ ਕਿਹਾ ਕਿ ਤੂੰ ਬਹੁਤ ਗੁਨਾਹ ਕੀਤਾ ਹੈ। ਅੱਲਾਹ ਤਾਲਾ ਦੇ ਨੂਰ ਨੂੰ ਗਵਾਲੀਅਰ ਦੀ ਕੈਦ ਵਿੱਚ ਬੰਦ ਕੀਤਾ ਹੈ। ਤੂੰ ਬਚ ਨਹੀਂ ਸਕੇਂਗਾ ਜਦੋਂ ਤੱਕ ਉਸ ਨੂੰ ਨਹੀਂ ਛੱਡੇਂਗਾ। ਇਹ ਸੁਣ ਕੇ ਜਹਾਂਗੀਰ ਘਬਰਾ ਗਿਆ। ਉਸਨੇ ਗੁਰੂ ਜੀ ਨੂੰ ਦਿੱਲੀ ਵਿਖੇ ਦਰਸ਼ਨ ਦੇਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਸਾਰੇ ਕੈਦੀ ਰਾਜਿਆਂ ਨੂੰ ਰਿਹਾ ਨਹੀਂ ਕੀਤਾ ਜਾਵੇਗਾ, ਮੈਂ ਗਵਾਲੀਅਰ ਦੀ ਕੈਦ ਚੋਂ ਬਾਹਰ ਨਹੀਂ ਆਵਾਂਗਾ। ਬਾਦਸ਼ਾਹ ਨੇ ਬੜੀ ਨਿਮਰਤਾ ਦੇ ਨਾਲ ਆਖਿਆ, ਜਿੰਨੇ ਵੀ ਰਾਜੇ ਆਪ ਜੀ ਦਾ ਚੋਲਾ ਫੜ ਲੈਣਗੇ, ਉਹਨਾਂ ਨੂੰ ਛੱਡ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਸਲਵਾ ਕੇ ਪਹਿਨਿਆ। ਸਾਰੇ ਰਾਜਿਆਂ ਨੂੰ ਚੋਲੇ ਦੀਆਂ ਕਲੀਆਂ ਫੜਾ ਕੇ ਉਹਨਾਂ ਨੇ ਦੀ ਬੰਦ ਖਲਾਸੀ ਕਰਾ ਕੇ ਰਿਹਾ ਕਰਵਾਇਆ ਤੇ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੈ ਜੈਕਾਰ ਹੋਈ। ਜਹਾਂਗੀਰ ਦੇ ਮਰਨ ਤੋਂ ਮਗਰੋਂ ਸ਼ਾਹਜਹਾਂ ਤਖਤ ਤੇ ਬੈਠਾ। ਉਸ ਨੇ ਸਿੱਖਾਂ ਬਾਰੇ ਆਪਣੀ ਨੀਤੀ ਹੋਰ ਵੀ ਕਰੜੀ ਕਰ ਲਈ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੋਕਾਈ ਦੀ ਰੱਖਿਆ ਦੇ ਲਈ 4 ਜੰਗਾਂ ਲੜੀਆਂ ਅਤੇ ਫਤਿਹ ਕੀਤੀਆਂ। ਪਰ ਗੁਰੂ ਸਾਹਿਬ ਨੇ ਆਪਣਾ ਰਾਜ ਭਾਗ ਸਥਾਪਿਤ ਕਰਨ ਵਾਸਤੇ 1 ਇੰਚ ਇਲਾਕਾ ਵੀ ਕਬਜ਼ੇ ਵਿੱਚ ਨਹੀਂ ਲਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਲੋਕਾਈ ਦੇ ਭਲੇ ਵਾਸਤੇ ਹੀ ਧਰਮ ਯੁੱਧ ਕੀਤੇ। ਜੰਗਾਂ ਮਗਰੋਂ ਗੁਰੂ ਸਾਹਿਬ ਜੀ ਕੀਰਤਪੁਰ ਵਿਖੇ ਟਿਕ ਗਏ। ਉੱਥੋਂ ਆਪ ਧਰਮ ਪ੍ਰਚਾਰ ਕਰਨ ਲਈ ਦੂਰ ਦੂਰ ਤੱਕ ਜਾਂਦੇ। ਕਸ਼ਮੀਰ, ਨਨਕਾਣਾ ਸਾਹਿਬ, ਪੀਲੀਭੀਤ, ਮਾਲਵੇ ਆਦਿ ਵਿੱਚ ਲੱਖਾਂ ਨੂੰ ਗੁਰਸਿੱਖੀ ਦਾ ਦਾਨ ਦਿੱਤਾ ਅਤੇ ਅਨੇਕਾਂ ਹਿੰਦੂ, ਮੁਸਲਮਾਨ, ਸਿੱਖ ਬਣੇ। ਆਪ ਜੀ ਨੇ ਪ੍ਰਚਾਰ ਲਈ ਉਦਾਸੀ ਸਾਧੂਆਂ ਨੂੰ ਦੇਸ਼ ਦਸ਼ਾਂਤਰ ਵੀ ਭੇਜਿਆ। ਆਪ ਜੀ ਨੇ ਕਈ ਅਸਥਾਨ ਤੇ ਨਗਰ ਵਸਾਏ, ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਵਿਖੇ ਅਕਾਲ ਤਖਤ, ਕੌਲਸਰ, ਰਾਮਸਰ ਆਦਿ। ਸ਼ਹਿਰ ਹਰਗੋਬਿੰਦਪੁਰ ਸਾਹਿਬ ਵਸਾਇਆ, ਜਿੱਥੇ ਇੱਕ ਪਾਸੇ ਸਿੱਖਾਂ ਦੇ ਨਾਮ ਬਾਣੀ ਜਪਣ ਲਈ ਧਰਮਸਾਲ ਬਣਾਈ ਤੇ ਨਾਲ ਹੀ ਆਪਣੇ ਮੁਸਲਮਾਨ ਸ਼ਰਧਾਲੂਆਂ ਦੇ ਨਮਾਜ਼ ਪੜ੍ਹਨ ਲਈ ਮਸੀਤ ਬਣਾ ਕੇ ਸਿੱਖ ਧਰਮ ਦੀ ਵਿਸ਼ਾਲਤਾ ਦਰਸਾਈ। ਯਾਦ ਰਹੇ ਕਿ ਇਹ ਮਸੀਤ ਅੱਜ ਤੱਕ ਵੀ ਕਾਇਮ ਹੈ ਹਰਗੋਬਿੰਦ ਸਾਹਿਬਪੁਰ ਦੇ ਵਿੱਚ। ਮੋਹਨ ਤੇ ਕਾਲੇ ਦੀ ਸਹਾਇਤਾ ਕਰਕੇ ਮਾਲਵੇ ਦੇ ਵਿੱਚ ਮਹਿਰਾਜ ਜਾਂ ਮਰਾਜ ਨਗਰ ਵਸਾਇਆ। ਲਾਹੌਰ ਦੇ ਕਿਲੇ ਪਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਵਾਲੀ ਥਾਂ ਤੇ ਡੇਰਾ ਸਾਹਿਬ ਕਾਇਮ ਕੀਤਾ। ਜ਼ਿਲ੍ਹਾ ਰੋਪੜ ਦੇ ਪਹਾੜੀ ਇਲਾਕੇ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਕੀਰਤਪੁਰ ਨਾਂ ਦਾ ਇੱਕ ਨਗਰ ਵਸਾਇਆ। ਇਸ ਤੋਂ ਬਾਅਦ ਬਾਕੀ ਉਮਰ ਇੱਥੇ ਹੀ ਟਿਕੇ ਰਹੇ। ਸ੍ਰੀ ਹਰਿਰਾਏ ਸਾਹਿਬ ਜੀ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਵੀ ਇੱਥੇ ਹੀ ਹੋਇਆ। ਆਪਣੇ ਪੋਤਰੇ ਸ੍ਰੀ ਹਰਿਰਾਏ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਤੇ ਬਿਠਾ ਕੇ 5 ਪੈਸੇ ਨਾਰੀਅਲ ਰੱਖ ਕੇ 5 ਪ੍ਰਕਰਮਾਂ ਕਰਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾਇਆ ਅਤੇ 7ਵੇਂ ਗੁਰੂ ਨਾਨਕ ਪ੍ਰਗਟ ਕੀਤੇ। ਆਪ ਜੀ 3 ਮਾਰਚ ਸਨ 1644 ਨੂੰ
ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਇਹ ਤਾਂ ਸੀ ਕੁਝ ਕੁ ਸ਼ਬਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਰੇ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। कोई बोले राम राम कोई खुदाए, कोई बोले राम राम कोई खुदाए, कोई सेवे गुसैया कोई अलाए, कोई सेवे गुसैया कोई अलाए। कारण करन करीम कृपा तार रहीम, कारण करन करीम कृपा तार रहीम। कोई बोले राम राम कोई खुदाए, कोई बोले राम राम कोई खुदाए, कोई सेवे गुसैया कोई अलाए, कोई सेवे गुसैया कोई अलाए। कोई नावे तीरथ कोई हज जाए, कोई नावे तीरथ कोई हज जाए, कोई करे पूजा कोई सिर निवाए, कोई करे पूजा कोई सिर निवाए, कोई कर पूजा कोई सिर निवाए, कोई कर पूजा कोई सिर निवाए। कोई बोले राम राम कोई खुदाए, कोई बोले राम राम कोई खुदाए, कोई सेवे गुसैया कोई अलाए, कोई सेवे गुसैया कोई अलाए। कारण करन कलीम कृपा तार रहीम, कारण करन कलीम कृपा तार रहीम। कोई पढ़े वेद कोई कतेब, कोई पढ़े वेद कोई कतेब, कोई ओडनील कोई सफेद, कोई ओडनील कोई सफेद, कोई ओडनील कोई सफेद, कोई ओडनील कोई सफेद।
बोले राम राम कोई खुदाए, कोई बोले राम राम कोई खुदाए, कोई सेवे गुसैया कोई अलाए, कोई सेवे गुसैया कोई अलाए। कारण करन करीम कृपा तार रहीम, कारण करन करीम कृपा तार रहीम। कोई कहे तुरक कोई कहे हिंदू, कोई कहे तुरक कोई कहे हिंदू, कोई बाछे बेस्त कोई सूर्य 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 हिंदू। कोई बोले राम राम कोई खुदाए, कोई बोले राम राम कोई खुदाए, कोई सेवे गुसैया कोई अलाए, कोई सेवे गुसैया कोई अलाए। कारण करन करीम कृपा तार रहीम, कारण करन करीम कृपा तार रहीम। कहो नानक जिन हुक्म बचाता, कहो नानक जिन हुक्म बचाता, प्रभ साहिब का दिन भेद जाता, प्रभ साहिब का दिन भेद जाता, प्रभ साहिब का दिन भेद जाता, प्रभ साहिब का दिन भेद जाता। कोई बोले राम राम कोई खुदाए, कोई बोले राम राम कोई खुदाए, कोई सेवे गुसैया कोई अलाए, कोई सेवे गुसैया कोई अलाए। कारण करन करीम कृपा तार रहीम, कारण करन करीम कृपा तार रहीम। कोई बोले राम राम कोई खुदाए, कोई बोले राम राम कोई खुदाए, कोई सेवे गुसैया कोई अलाए, कोई सेवे गुसैया कोई अलाए, कोई सेवे गुसैया कोई अलाए, कोई
ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਅਗਲਾ ਲੇਖ ਜਿਹੜਾ ਹੈ ਉਹ ਹੈ ਗੁਰੂ ਹਰਿਰਾਏ ਸਾਹਿਬ ਜੀ ਬਾਰੇ। ਲੇਖਕ ਲਿਖਦਾ ਹੈ ਕਿ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 16 ਜਨਵਰੀ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੋਤਰੇ ਸਨ। ਆਪ ਜੀ ਦੀ ਪੜ੍ਹਾਈ ਸਿਖਲਾਈ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰਾਂ ਦੀ ਨਿਗਰਾਨੀ ਹੇਠ ਹੋਈ। ਆਪ ਜੀ ਨੂੰ ਧਾਰਮਿਕ ਵਿੱਦਿਆ ਦੇ ਨਾਲ ਨਾਲ ਘੋੜਸਵਾਰੀ, ਸ਼ਸਤਰਾਂ ਦੀ ਵਰਤੋਂ ਤੇ ਬਹਾਦਰੀ ਵਾਲੇ ਹੋਰ ਅਭਿਆਸ ਵੀ ਸਿਖਾਏ ਗਏ। ਆਪ ਜੀ ਦਾ ਵਿਆਹ ਅਨੂਪ ਸ਼ਹਿਰ ਉੱਤਰ ਪ੍ਰਦੇਸ਼ ਦੇ ਨਿਵਾਸੀ ਸ੍ਰੀ ਦਇਆ ਰਾਮ ਜੀ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ, ਜਿਸ ਨੂੰ ਬੀਬੀ ਸੁਲੱਖਣੀ ਵੀ ਕਿਹਾ ਜਾਂਦਾ ਸੀ, ਉਹਨਾਂ ਦੇ ਨਾਲ ਹੋਇਆ। ਇਹਨਾਂ ਦੀ ਕੁੱਖ ਤੋਂ 2 ਸਪੁੱਤਰ ਸ੍ਰੀ ਰਾਮ ਰਾਏ ਤੇ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਪੈਦਾ ਹੋਏ। ਆਪ ਜੀ 3 ਮਾਰਚ ਸੰਨ 1644 ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਗੁਰੂ ਸਾਹਿਬ ਨੇ ਗਰੀਬਾਂ, ਲੋੜਵੰਦਾਂ ਤੇ ਰੋਗੀਆਂ ਦੀ ਦੇਖਭਾਲ, ਸੇਵਾ ਤੇ ਇਲਾਜ ਵੱਲ ਖਾਸ ਧਿਆਨ ਦਿੱਤਾ। ਆਪ ਜੀ ਦੇ ਦਵਾਈ ਖਾਨੇ ਦੇ ਵਿੱਚ ਅਮੀਰ ਗਰੀਬ ਇਲਾਜ ਕਰਵਾਇਆ ਕਰਦੇ ਸਨ। ਜਦੋਂ ਸ਼ਾਹਜਹਾਨ ਦਾ ਬੇਟਾ ਦਾਰਾ ਸ਼ਿਕੋ ਬਹੁਤ ਬਿਮਾਰ ਹੋ ਗਿਆ ਤੇ ਕਿਧਰੇ ਵੀ ਇਲਾਜ ਨਾ ਹੋਇਆ ਤਾਂ ਗੁਰੂ ਸਾਹਿਬ ਦੇ ਦਵਾਈ ਖਾਨੇ ਤੋਂ ਦਵਾਈ ਮੰਗਵਾਈ ਗਈ, ਜਿਸ ਨਾਲ ਉਹ ਤੰਦਰੁਸਤ ਹੋਇਆ। ਗੁਰੂ ਸਾਹਿਬ ਸ਼ਿਕਾਰ ਤਾਂ ਖੇਡਦੇ ਸਨ, ਪਰ ਜਾਨਵਰਾਂ ਨੂੰ ਮਾਰਨ ਦੀ ਬਜਾਏ ਕਮਜ਼ੋਰ ਤੇ ਬਿਮਾਰ ਜਾਨਵਰਾਂ ਨੂੰ ਪਕੜ ਕੇ ਲਿਆਉਂਦੇ, ਇਲਾਜ ਕਰਦੇ ਤੇ ਫਿਰ ਮੁੜ ਜੰਗਲ ਵਿੱਚ ਛੱਡ ਦਿੰਦੇ। ਗੁਰੂ ਸਾਹਿਬ ਪਾਸ ਹਰ ਵੇਲੇ ਤਿਆਰ ਬਰ ਤਿਆਰ 2200 ਸਵਾਰ ਰਹਿੰਦੇ ਸਨ, ਪਰ ਆਪ ਜੀ ਨੇ ਕੋਈ ਜੰਗ ਨਹੀਂ ਲੜੀ। ਜਦੋਂ ਦਾਰਾ ਸ਼ਿਕੋ ਆਪਣੇ ਭਰਾ ਔਰੰਗਜ਼ੇਬ ਤੋਂ ਬਚਣ ਦੇ ਲਈ ਗੁਰੂ ਜੀ ਦੀ ਸ਼ਰਨ ਗੋਇੰਦਵਾਲ ਸਾਹਿਬ ਪਹੁੰਚਿਆ ਤਾਂ ਉਸ ਨੇ ਸਹਾਇਤਾ ਦੀ ਪੁਕਾਰ ਕੀਤੀ, ਤਾਂ ਗੁਰੂ ਸਾਹਿਬ ਨੇ ਮਗਰ ਆ ਰਹੀ ਔਰੰਗਜ਼ੇਬ ਦੀ ਫੌਜ ਨੂੰ ਦਰਿਆ ਤੋਂ ਪਾਰ ਡੱਕ ਦਿੱਤਾ ਤੇ ਦਾਰਾ ਸ਼ਿਕੋ ਬਚ ਕੇ ਲਾਹੌਰ ਜਾ ਪਹੁੰਚਿਆ। ਜਦੋਂ ਬ੍ਰਾਹਮਣਾਂ ਤੇ ਮੌਲਾਣਿਆਂ ਨੇ ਇਸ ਗੱਲ ਬਾਰੇ ਔਰੰਗਜ਼ੇਬ ਦੇ ਕੰਨ ਭਰੇ ਤਾਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਆਉਣ ਲਈ ਬੁਲਾਇਆ। ਗੁਰੂ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ। ਬਾਬਾ ਰਾਮ ਰਾਏ ਜੀ ਨੇ ਬਹੁਤ ਹੀ ਕਰਾਮਾਤਾਂ ਦਿਖਾ ਕੇ ਔਰੰਗਜ਼ੇਬ ਨੂੰ ਕਾਇਲ ਕਰ ਲਿਆ, ਪਰ ਜਦੋਂ ਕਾਜ਼ੀਆਂ ਤੇ ਮੌਲਾਣਿਆਂ ਦੇ ਕਹਿਣ ਤੇ ਬਾਬਾ ਰਾਮ ਰਾਏ ਜੀ ਨੂੰ ਪੁੱਛਿਆ ਗਿਆ ਕਿ ਆਦਿ ਗ੍ਰੰਥ ਵਿੱਚ ਤਾਂ ਸ਼ਬਦ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਬਾਣੀ ਦੇ ਵਿੱਚ ਲਫ਼ਜ਼ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਹੈ। ਜਦੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਰਾਮ ਰਾਏ ਸਾਡਾ ਸਪੁੱਤਰ ਨਹੀਂ, ਸਾਡੇ ਮੱਥੇ ਨਾ ਲੱਗੇ। 7 ਜੁਲਾਈ ਸੰਨ 1661 ਈਸਵੀ ਦੇ ਵਿੱਚ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਗੁਰੂ ਨਾਨਕ ਦੀ ਗੱਦੀ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਰੱਖ ਕੇ 5 ਪਰਿਕਰਮਾ ਕਰਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ ਗਿਆ ਤੇ 8ਵੇਂ ਗੁਰੂ ਨਾਨਕ ਪ੍ਰਗਟ ਕੀਤੇ ਗਏ। ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ। ਸੋ ਇਹ ਸਨ ਕੁਝ ਸ਼ਬਦ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ, ਤੇ ਇੱਥੇ ਹੀ ਅਸੀਂ ਆਪ ਤੋਂ ਜਿਹੜੀ ਹੈ ਵਿਦਾਇਗੀ ਲੈਂਦੇ ਹਾਂ ਤੇ ਅਗਲਾ ਸ਼ਬਦ ਜਿਹੜਾ ਹੈ ਆਪ ਜੀ ਨੂੰ ਲੈ ਚਲੇਗਾ ਦੂਸਰੇ ਪਾਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਵਾਹਿਗੁਰੂ ਨੇ ਚਾਹਿਆ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਤੇ ਇੱਥੇ ਹੀ ਫਤਿਹ ਬੁਲਾਉਂਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸ਼ਬਦ ਹੈ ਭਾਈ ਮਨਿੰਦਰ ਸਿੰਘ ਜੀ ਦਾ ਗਾਇਨ ਕੀਤਾ ਹੋਇਆ, ਤੇ ਆਓ ਇਹ ਸ਼ਬਦ ਸੁਣੋ ਤੇ ਸਾਡੇ ਵੱਲੋਂ ਫਿਰ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਖਿਆਲ ਰੱਖਿਓ। ਰੱਬ ਰਾਖਾ।
ਦਇਆ ਕਰੋ ਦਇਆ ਕਰੋ ਬਸੋ ਮਨ ਆਏ ਬਸੋ ਮਨ ਆਏ ਦਇਆ ਕਰੋ ਦਇਆ ਕਰੋ ਦਇਆ ਕਰੋ ਦਇਆ ਕਰੋ ਬਸੋ ਮਨ ਆਏ ਬਸੋ ਮਨ ਆਏ ਮੋਹਿ ਨਿਰਗੁਣ ਲਿਜੇ ਲੜ ਲਾਏ 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 ਨਿਰਗੁਣ ਲਿਜੇ ਲੜ ਲਾਏ ਬਸੋ ਮਨ ਆਏ ਬਸੋ ਮਨ ਆਏ ਦਇਆ ਕਰੋ ਦਇਆ ਕਰੋ ਦਇਆ ਕਰੋ ਦਇਆ ਕਰੋ ਬਸੋ ਮਨ ਆਏ ਬਸੋ ਮਨ ਆਏ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਕਰ ਕਿਰਪਾ ਹਰ ਚਰਨ ਤੇ ਆਈ ਮੋਹਿ ਨਿਰਗੁਣ ਲਿਜੇ ਲੜ ਲਾਏ 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 ਨਿਰਗੁਣ ਲਿਜੇ ਲੜ ਲਾਏ ਬਸੋ ਮਨ ਆਏ ਬਸੋ ਮਨ ਆਏ ਦਇਆ ਕਰੋ ਦਇਆ ਕਰੋ ਦਇਆ ਕਰੋ ਦਇਆ ਕਰੋ ਬਸੋ ਮਨ ਆਏ ਬਸੋ ਮਨ ਆਏ ਪ੍ਰਭ ਚਿਤ ਆਵੇ ਤਾਂ ਕੈਸੀ ਪੀੜ ਪ੍ਰਭ ਚਿਤ ਆਵੇ ਤਾਂ ਕੈਸੀ ਪੀੜ ਹਰ ਸੇਵਕ ਨਾਹੀ ਜਮ ਪੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਜਾ ਕੈ ਸੰਗ ਸਦਾ ਪ੍ਰਭ ਬਸੈ ਮੋਹਿ ਨਿਰਗੁਣ ਲਿਜੇ ਲੜ ਲਾਏ 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 ਨਿਰਗੁਣ ਲਿਜੇ ਲੜ ਲਾਏ ਬਸੋ
बसो मन आए, बसो मन आए। दया करो, दया करो, दया करो, दया करो। बसो मन आए, बसो मन आए। प्रभ का नाम मन तन आधार, प्रभ का नाम मन तन आधार। बिसरत नाम होवत तन छार, बिसरत नाम होवत तन छार। प्रभ चित आए पूर्ण सब काज, प्रभ चित आए पूर्ण सब काज। हर बिसरत सबका मोहताज, हार बिसरत सबका मोहताज। मोहे निर्गुण लीजे लड़ लाए, 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 निर्गुण लीजे लड़ लाए। बसो मन आए, बसो मन आए। दया करो, दया करो, दया करो, दया करो। बसो मन आए, बसो मन आए। चरण कमल संग लागी प्रीत, चरण कमल संग लागी प्रीत। बिसर गई सब दुर्मत रीत, बिसर गई सब दुर्मत रीत। मन तन अंतर हर हर मंत्र, मन तन अंतर हर हर मंत्र। नानक भगतन के कर सदा आनंद, नानक भगतन के कर सदा आनंद। मोहे निर्गुण लीजे लड़ लाए, 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 निर्गुण लीजे लड़ लाए। बसो मन आए, बसो मन आए। दया करो, दया करो, दया करो, दया करो। बसो मन आए, बसो मन आए, बसो